ਕਿਹੋ ਜਿਹਾ ਰੰਗ ਹੈ। ਤੇ ਗੁਰੂ ਸਾਹਿਬ ਜੀ ਜਵਾਬ ਵੀ ਗੁਰਬਾਣੀ ਅੰਦਰ ਦਿੰਦੇ ਨੇ, ਰੂਪ ਨ ਰੇਖ ਨ ਰੰਗ ਕਿਛ, ਤ੍ਰੇ ਗੁਣ ਤੇ ਪ੍ਰਭ ਭਿੰਨਾ, ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹਦਾ ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਭੇਖ ਹੈ। ਉਹ ਰਜੋ ਤਮੋ ਸਤੋ ਤਿੰਨਾਂ ਗੁਣਾਂ ਤੋਂ ਉੱਪਰ ਹੈ। ਤੇ ਹੁਣ ਗੁਰੂ ਸਾਹਿਬ ਜੀ ਤੋਂ ਸਵਾਲ ਕਰੀਏ, ਸਤਿਗੁਰੂ ਜੀ ਇਹੋ ਜਿਹਾ ਪ੍ਰਮਾਤਮਾ ਮਿਲੇਗਾ ਕਿੱਥੋਂ? ਇਹਨੂੰ ਅਸੀਂ ਕਿੱਥੋਂ ਪਾਵਾਂਗੇ, ਕਿੱਥੋਂ ਲੱਭਾਂਗੇ? ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪਹਿਲਾਂ ਉਸ ਪ੍ਰਮਾਤਮਾ ਦੀ ਤੈਨੂੰ ਸੂਝ ਤਾਂ ਆਵੇ, ਤੈਨੂੰ ਸਮਝ ਤਾਂ ਆਵੇ। ਬੱਚੇ ਨੂੰ ਇਹ ਪਤਾ ਹੀ ਨਾ ਹੋਵੇ ਕਿ ਮੈਂ ਕੀ ਪ੍ਰਾਪਤ ਕਰਨਾ ਹੈ, ਤੇ ਬੱਚਾ ਉਹਦੀ ਜਦੋਜਹਿਦ ਕਰੇਗਾ ਹੀ ਨਹੀਂ। ਜਦੋਂ ਬੱਚੇ ਨੂੰ ਅਸੀਂ ਉਹਦਾ ਟਾਰਗੇਟ ਦੇ ਦੇਵਾਂਗੇ ਕਿ ਫਲਾਣੀ ਚੀਜ਼ ਨੂੰ ਤੂੰ ਪ੍ਰਾਪਤ ਕਰਨਾ ਹੈ, ਬੱਚਾ ਸ਼ੁਰੂਆਤ ਕਰੇਗਾ ਆਪਣੇ ਆਪ ਤੋਂ, ਪੁੱਛੇਗਾ ਕਿਹੜੇ ਹੀਲੇ ਨੇ, ਕਿਹੜੇ ਕਰਮ ਨੇ ਜਿਨ੍ਹਾਂ ਦੇ ਨਾਲ ਇਹਨੂੰ ਪ੍ਰਾਪਤ ਕਰਾਂ। ਸਤਿਗੁਰੂ ਜੀ ਨੇ ਜੀਵਨ ਦੇ ਇਹਨਾਂ ਖੰਡਾਂ ਨੂੰ ਜਪਜੀ ਸਾਹਿਬ ਜੀ ਦੇ ਅੰਦਰ ਵਿਆਖਿਆ ਰੂਪ ਦੇ ਵਿੱਚ ਸਾਨੂੰ ਭੇਟ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਬੰਦੇ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਉਹ ਇਨਸਾਨ ਹੈ, ਉਹਨੂੰ ਬਣਾਉਣ ਵਾਲਾ ਉਹ ਪਰਮਾਤਮਾ ਹੈ, ਤੇ ਫਿਰ ਮਨੁੱਖ ਦੇ ਜੀਵਨ ਦੇ ਅੰਦਰ ਗਿਆਨ ਦੀ ਉਤਪੱਤੀ ਹੋ ਜਾਂਦੀ ਹੈ। ਇਹਨੂੰ ਕਹਿੰਦੇ ਗਿਆਨ ਖੰਡ। ਖੰਡ ਤੋਂ ਭਾਵ ਹੈ ਸਿਚੁਏਸ਼ਨ, ਖੰਡ ਤੋਂ ਭਾਵ ਹੈ ਉਹ ਸਥਾਨ, ਜਗ੍ਹਾ, ਉਹ ਹਿੱਸਾ ਜੀਵਨ ਦਾ। ਜੀਵਨ ਦੇ ਜਿਸ ਹਿੱਸੇ ਅੰਦਰ ਬੱਚੇ ਨੂੰ ਐਜੂਕੇਸ਼ਨ ਮਿਲਦੀ ਹੈ ਉਹਨੂੰ ਗਿਆਨ ਖੰਡ ਕਹਿੰਦੇ ਨੇ। ਤੇ ਗਿਆਨ ਖੰਡ ਵਿੱਚ ਬੱਚੇ ਨੂੰ ਇਹ ਦੱਸਿਆ ਜਾਂਦਾ ਤੂੰ ਕਿਹਦੇ ਨਾਲ ਮਿਲਣਾ ਹੈ, ਕਿਹਦੇ ਨਾਲ ਨਹੀਂ ਮਿਲਣਾ, ਕੀ ਕਰਨਾ ਹੈ, ਕੀ ਨਹੀਂ ਕਰਨਾ। ਬੱਚੇ ਦੀ ਆਤਮਾ ਨੂੰ ਘੜਿਆ ਜਾਂਦਾ। ਆ ਜਿੰਨੇ ਵੀ ਮੰਦਰ, ਮਸੀਤਾਂ, ਗੁਰਦੁਆਰੇ, ਧਾਰਮਿਕ ਸਥਾਨ ਪਲੱਸ ਸਾਡੀਆਂ ਯੂਨੀਵਰਸਿਟੀਆਂ, ਸਾਡੇ ਕਾਲਜ, ਸਾਡੇ ਸਕੂਲਸ, ਇਹ ਗਿਆਨ ਦੇ ਸੋਰਸ ਨੇ। ਇੱਥੋਂ ਗਿਆਨ ਉਪਜਦਾ ਹੈ। ਮਾਂ ਦੀ ਕੁੱਖ ਦੇ ਵਿੱਚ ਕਿਸੇ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਹਿੰਦੂ ਹਾਂ, ਮੁਸਲਮਾਨ ਹਾਂ, ਈਸਾਈ ਹਾਂ, ਸਿੱਖ, ਕਿਸੇ ਨੂੰ ਨਹੀਂ ਪਤਾ। ਬੱਚਾ ਜਨਮ ਲੈਂਦਾ ਹੈ, ਸਭ ਤੋਂ ਪਹਿਲਾਂ ਸਕੂਲ ਮਾਂ-ਬਾਪ ਤੋਂ ਚਾਲੂ ਹੁੰਦਾ। ਮਾਂ-ਬਾਪ ਦੱਸਦਾ ਤੇਰੀ ਫਲਾਣੀ ਗੋਤ ਹੈ, ਫਲਾਣੀ ਜਾਤ ਹੈ, ਫਲਾਣੀ ਪਾਤ ਹੈ। ਗਿਆਨ ਦੇ ਰਹੇ ਨੇ, ਉਹਦੇ ਅੰਦਰ ਗਿਆਨ ਭਰ ਰਹੇ ਨੇ। ਫਿਰ ਜਿਹੋ ਜੀ ਸੰਸਥਾ ਦੇ ਵਿੱਚ, ਜਿਹੋ ਜੀ ਸੁਸਾਇਟੀ ਵਿੱਚ ਬੱਚਾ ਰਹੇਗਾ, ਬੱਚੇ ਦੇ ਅੰਦਰ ਉਹੋ ਜਿਹੇ ਗੁਣ ਪੈਦਾ, ਉਹੋ ਜਿਹਾ ਗਿਆਨ ਆਏਗਾ। ਜੇ ਨਫ਼ਰਤ ਦਾ ਗਿਆਨ ਭਰ ਦਿੱਤਾ ਹੈ ਤੇ ਬੱਚਾ ਕਦੀ ਵੀ ਪਿਆਰ ਨਹੀਂ ਕਰ ਸਕਦਾ, ਉਹ ਨਫ਼ਰਤ ਕਰੇਗਾ। ਜੇ ਸੁਸਾਇਟੀ ਚੋਰਾਂ ਦੀ ਹੈ ਤੇ ਬੱਚਾ ਇਮਾਨਦਾਰ ਨਹੀਂ ਹੋਏਗਾ, ਬੱਚਾ ਚੋਰ ਹੀ ਹੋਏਗਾ, ਕਿਉਂਕਿ ਉਹਨੇ ਗੁਣਾਂ ਨੂੰ ਧਾਰਨ ਕੀਤਾ ਹੋਇਆ। ਗਿਆਨ ਖੰਡ ਜੀਵਨ ਦਾ ਉਹ ਹਿੱਸਾ ਜਿੱਥੇ ਗਿਆਨ ਪੈਦਾ ਹੋ ਰਿਹਾ ਹੈ। ਜਦੋਂ ਗਿਆਨ ਆਇਆ ਕਿ ਮਨੁੱਖਾ ਤੈਨੂੰ ਪ੍ਰਮਾਤਮਾ ਨੇ ਪੈਦਾ ਕੀਤਾ, ਇਹ ਸਾਰਾ ਹੀ ਪਸਾਰਾ ਉਹਦਾ ਹੈ। ਹੁਣ ਉਹ ਕਿੱਥੇ ਹੈ, ਇਹਦੀ ਭਾਲ ਜਦੋਂ ਕਰਨ ਲੱਗਾ ਤੇ ਫਿਰ ਜੀਵਨ ਵਿੱਚ ਆ ਗਿਆ ਧਰਮ ਖੰਡ। ਮੈਂ ਆਪਣੇ ਧਰਮ ਦੀ ਪਹਿਚਾਣ ਕਰਾਂ, ਮੇਰਾ ਧਰਮ ਕੀ ਹੈ। ਬੱਚੇ ਨੂੰ ਗਲਤ ਧਰਮ ਦੀ ਸੋਝੀ ਹੋਣ ਦੇ ਨਾਲ ਬੱਚਾ ਉਹ ਕਰਮ ਕਮਾਉਣ ਲੱਗ ਪੈਂਦਾ ਹੈ ਜਿਹੜੇ ਕਰਮ ਉਹਦੇ ਵਾਸਤੇ ਵਾਜਬ ਨਹੀਂ। ਤੇ ਹਿੰਦੁਸਤਾਨ ਦੀ ਧਰਤੀ ਤੇ ਉਹੋ ਹੀ ਹੋ ਰਿਹਾ ਸੀ। ਲੋਕਾਂ ਨੂੰ ਇਹ ਤਾਂ ਸਮਝ ਆ ਚੁੱਕੀ ਸੀ ਕਿ ਰੱਬ ਨੂੰ ਚੇਤੇ ਕਰਨਾ ਹੈ, ਪਰ ਰੱਬ ਕੀ ਹੈ, ਰੱਬ ਦੀ ਦਿਸ਼ਾ ਤੇ ਦਸ਼ਾ ਕੀ ਹੈ, ਇਹਦੇ ਬਾਰੇ ਕਿਸੇ ਨੂੰ ਸਮਝ ਨਹੀਂ ਸੀ। ਕਿਸੇ ਨੇ ਦੱਸ ਦਿੱਤਾ ਕਿ ਫਲਾਣਾ ਦਰਖਤ ਰੱਬ ਦਾ ਰੂਪ ਹੈ, ਦਰਖਤ ਦੀ ਪੂਜਾ ਸ਼ੁਰੂ ਹੋ ਗਈ। ਅੱਗ ਵੀ ਰੱਬ ਹੈ, ਅੱਗ ਦੀ ਪੂਜਾ ਹੋ ਗਈ। ਤੇ ਇੱਦਾਂ 33 ਕਰੋੜ ਦੇਵੀ ਦੇਵਤਿਆਂ ਦਾ ਨਿਰਮਾਣ ਹੋ ਗਿਆ। ਉਨੀ ਜਨਸੰਖਿਆ ਨਹੀਂ ਸੀ ਜਿੰਨੇ ਦੇਵੀ ਦੇਵਤੇ ਬਣ ਗਏ। ਇਹ ਗਲਤ ਨੌਲੇਜ, ਇਹ ਗਲਤ ਗਿਆਨ ਦਾ ਨਤੀਜਾ ਹੈ ਕਿ ਅਸੀਂ ਹਵਾ ਨੂੰ ਵੀ ਦੇਵਤਾ ਬਣਾਉਣ ਲੱਗ ਪਏ। ਤੇ ਅੱਜ ਉਸੇ ਹਵਾ ਨੂੰ ਟਾਇਰਾਂ ਵਿੱਚ ਪਾ ਕੇ ਗੱਡੀਆਂ ਦੌੜਾਈਆਂ ਜਾ ਰਹੀਆਂ। ਕੀ ਇਹ ਦੇਵਤੇ ਦਾ ਅਪਮਾਨ ਨਹੀਂ? ਅਪਮਾਨ ਹੈ। ਜਿਸ ਅੱਗ ਦੀ ਪੂਜਾ ਕੀਤੀ ਜਾਂਦੀ ਸੀ, ਉਸ ਅੱਗ ਨੂੰ ਸਿਲੰਡਰਾਂ ਦੇ ਵਿੱਚ ਗੈਸ ਰੂਪ ਕੀਤਾ ਹੈ ਤੇ ਮਾਰਕੀਟ ਵਿੱਚ ਅਸੀਂ ਚਾਹ ਧਰਦੇ ਹਾਂ, ਉਹਦੇ ਉੱਤੇ ਸਬਜ਼ੀ ਪਕਵਾਨ ਬਣਾਉਂਦੇ ਹਾਂ। ਘਾਟਾ ਕਿੱਥੇ ਸੀ? ਘਾਟਾ ਸੀ ਗਿਆਨ ਦਾ, ਘਾਟਾ ਸੀ ਐਜੂਕੇਸ਼ਨ ਦਾ। ਅੱਜ ਐਜੂਕੇਸ਼ਨ ਹੈ ਤੇ ਅੱਜ ਚੰਗੇ ਭਲੇ ਨੂੰ ਕਹਿ ਦੋ ਆਹ ਵਾਯੂ ਦੇਵਤਾ, ਉਹਨੇ ਕਹਿਣਾ ਲੈ ਇਹ ਤਾਂ ਮੇਰੀ ਗੱਡੀ ਦੇ ਟਾਇਰ ਦੇ ਵਿੱਚ ਪਿਆ ਹੈ। ਸਮਝ ਦੀ ਗੱਲ ਸੀ, ਨੌਲੇਜ ਦੀ ਗੱਲ ਸੀ। ਨੌਲੇਜ ਗਲਤ ਮਿਲੀ, ਕਿਸੇ ਨੇ ਤੀਰ ਤੁੱਕਾ ਲਗਾ ਦਿੱਤਾ, ਕਿਸੇ ਤੋਂ ਪੁੱਛ ਲਿਆ ਗਿਆ ਰੱਬ ਕਿੱਥੇ, ਉਹਨੇ ਕਿਹਾ ਅਸਮਾਨ 'ਚ ਬੈਠਾ ਹੈ। ਤੇ ਅੱਜ ਜਦੋਂ ਰੌਕਟਾਂ ਦੇ ਨਾਲ ਅਸਮਾਨਾਂ ਦੇ ਵਿੱਚ ਜਾ ਕੇ ਪਤਾਲਾਂ ਦੇ ਪਤਾਲ ਬੋਲ ਦਿੱਤੇ ਨੇ ਤੇ ਉਹ ਕਹਿੰਦੇ ਰੱਬ ਕਿੱਥੇ, ਕਹਿੰਦੇ ਪਤਾ ਨਹੀਂ। ਭਾਵ
ਗਿਆਨ ਦੀ ਕਮੀ ਕਰਕੇ ਅਸੀਂ ਪਰਮਾਤਮਾ ਦੇ ਇਸ ਰਾਹ ਤੋਂ ਖੁੰਝ ਗਏ, ਇਸ ਰਾਹ ਤੋਂ ਹਟ ਗਏ, ਭਟਕ ਗਏ। ਗਿਆਨ ਖੰਡ ਸਾਡਾ ਨਿਕਲ ਗਿਆ, ਹੁਣ ਧਰਮ ਖੰਡ ਦੀ ਵਾਰੀ ਹੈ। ਸਾਨੂੰ ਧਰਮ ਦੀ ਪਹਿਚਾਣ ਕਰਨੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਗਲਤ ਐਜੂਕੇਸ਼ਨ ਨਾਲ ਧਰਮ ਦੀ ਪਹਿਚਾਣ ਨਹੀਂ ਹੋ ਪਾਏਗੀ। ਮਨੁੱਖ ਉਹ ਧਾਰਨ ਕਰ ਲਏਗਾ ਜਿਹੜਾ ਉਹਦੇ ਵਾਸਤੇ ਵਾਜਬ ਨਹੀਂ। ਇੱਕ ਉਦਾਹਰਣ ਮੈਂ ਹਿੰਦੁਸਤਾਨ ਦੀ ਇਸ ਧਰਤੀ ਦੀ ਦੇ ਦਿਆਂ। ਜੀ ਬੱਧੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਆਪਸ ਕਹੋ ਮੁਨੀਵਰ ਕਰ ਥਾਪੋ, ਕਾਕੋ ਕਹੋ ਕਸਾਈ। ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਬਾਗੋ ਹਰ ਕੇ ਸੰਤਨਾ ਆਖੀਆਂ। ਬਨਾਰਸ ਕੇ ਠੱਗ। ਤੇ ਸਤਿਗੁਰੂ ਜੀ ਮਹਾਰਾਜ ਬਹੁਤੀ ਜਗ੍ਹਾ ਹੱਥ ਛੁਰੀ ਜਗਤ ਕਸਾਈ ਵੀ ਲਿਖਦੇ ਨੇ। ਆਸਾ ਜੀ ਦੀ ਵਾਰ ਦੀ ਬਾਣੀ ਦੇ ਅੰਦਰ ਪੜ੍ਹਿਆ ਸੀ। ਇਹ ਧਰਮ ਦਾ ਪ੍ਰਾਰੂਪ, ਇਹ ਧਰਮ ਦਾ ਰੂਪ ਬਣ ਚੁੱਕਿਆ ਸੀ। ਲੋਕਾਂ ਨੇ ਇਹਨੂੰ ਧਰਮ ਸਮਝ ਲਿਆ। ਜੀਆਂ ਨੂੰ ਮਾਰ ਕੇ ਕਹਿੰਦੇ ਸੀ ਇਹ ਧਰਮ ਹੈ, ਰੱਬ ਨੂੰ ਅਸੀਂ ਬਲੀ ਦੇ ਰਹੇ ਹਾਂ। ਮੁਸਲਮਾਨਾਂ ਦੇ ਅੰਦਰ ਵੀ ਇਹੋ ਟ੍ਰੈਂਡ ਚੱਲ ਪਿਆ। ਉਹਨਾਂ ਨੇ ਪਰਮਾਤਮਾ ਨੂੰ ਅੱਲਾ ਦਾ ਰੂਪ ਦੇ ਕੇ ਤੇ ਉਹਦੇ ਸਾਹਮਣੇ ਕਲਮਾ ਪੜ੍ਹ ਕੇ ਕਿਸੇ ਦੀ ਵੀ ਕੁਰਬਾਨੀ ਨੂੰ ਕਹਿ ਦਿੱਤਾ, ਬਈ ਅਸੀਂ ਸਭ ਤੋਂ ਪਿਆਰੀ ਚੀਜ਼ ਆ ਸਾਡੀ ਖਰੀਦੀ ਹੋਈ ਅੱਲਾ ਨੂੰ ਭੇਟ ਕਰ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਜੋ ਸਭ ਮੈਂ ਇੱਕ ਖੁਦਾਏ ਕਹੀਏ, ਤਾਂ ਜੇ ਤੁਸੀਂ ਮੰਨਦੇ ਹੋ ਸਾਰਿਆਂ ਵਿੱਚ ਖੁਦਾ ਵੱਸਦਾ ਹੈ ਤਾਂ ਕਿਉਂ ਮੁਰਗੀ ਮਾਰੇ? ਫਿਰ ਮੁਰਗੀ ਨੂੰ ਰੱਬ ਦੇ ਨਾਂ ਤੇ ਕਿਉਂ ਮਾਰਨ ਦੇ? ਉਹਦੇ ਅੰਦਰ ਰੱਬ ਨਹੀਂ ਵੱਸਦਾ। ਭਾਈ ਧਰਮ ਦੇ ਨਾਂ ਤੇ ਲੋਕਾਂ ਨੂੰ ਕਿਰਾਏ ਨਾ ਪਾਇਆ ਜਾਏ। ਸਤਿਗੁਰੂ ਜੀ ਨੇ ਆਪਣੀ ਬਾਣੀ ਇਸ ਕਰਕੇ ਰਚਨ ਕੀਤੀ, ਇਸ ਕਰਕੇ ਰਚਿਤ ਕੀਤੀ ਤਾਂ ਕਿ ਲੋਕਾਂ ਨੂੰ ਅਸਲ ਵਿੱਚ ਧਰਮ ਹੈ ਕਿ ਇਹਦੀ ਸੋਝੀ ਦਿੱਤੀ ਜਾ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਇਹ ਨਹੀਂ ਸੀ ਆਖਿਆ ਕਿ ਮੈਂ ਕੋਈ ਵੱਖਰਾ ਧਰਮ ਦੁਨੀਆ ਦੇ ਨਾਲ ਚਲਾਉਣ ਲੱਗਾ, ਨਹੀਂ। ਸਤਿਗੁਰੂ ਜੀ ਨੇ ਲੋਕਾਂ ਨੂੰ ਇਹ ਸਮਝਾਇਆ ਧਰਮ ਅਸਲ ਵਿੱਚ ਹੈ ਕੀ ਲੋਕਾਂ ਅਨੁਸਾਰ ਸੂਰਜ ਨੂੰ ਪਾਣੀ ਦੇਣਾ ਧਰਮ ਸੀ। ਗੁਰੂ ਸਾਹਿਬ ਜੀ ਕਹਿੰਦੇ ਫਿਰ ਜੇ ਇਹ ਧਰਮ ਹੈ, ਮੈਂ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਲੈਣਾ। ਤੇ ਜਦੋਂ ਲੋਕਾਂ ਨੇ ਸਵਾਲ ਕੀਤਾ ਗੁਰੂ ਸਾਹਿਬ ਜੀ ਇੱਥੋਂ ਦਿੱਤਾ ਹੋਇਆ ਪਾਣੀ ਪੈਲੀਆਂ ਤੱਕ ਕਿਵੇਂ ਪਹੁੰਚ ਜਾਏਗਾ? ਗੁਰੂ ਸਾਹਿਬ ਜੀ ਨੇ ਵੀ ਅੱਗੋਂ ਜਵਾਬ ਦਿੱਤਾ, ਜੇ ਮੇਰਾ ਪਾਣੀ ਇੱਥੇ ਨਹੀਂ ਪਹੁੰਚ ਸਕਦਾ ਤੁਹਾਡਾ ਕਿਵੇਂ ਪਹੁੰਚ ਜਾਏਗਾ? ਗਿਆਨ ਨੇ ਅਗਿਆਨਤਾ ਨੂੰ ਖੰਡਿਤ ਕਰ ਦਿੱਤਾ, ਖੰਡ ਕਰ ਦਿੱਤਾ। ਦੋ ਜੀਵਨ ਦੀਆਂ ਕੰਡੀਸ਼ਨਾਂ, ਇੱਕ ਗਿਆਨ ਖੰਡ, ਦੂਸਰਾ ਧਰਮ ਖੰਡ। ਹੁਣ ਤੀਜਾ ਖੰਡ ਆਉਣ ਲੱਗਾ ਹੈ। ਉਹ ਕਿਹੜਾ ਹੈ? ਉਹ ਹੈ ਕਰਮ ਖੰਡ। ਸ਼ਰਮ ਖੰਡ ਤੇ ਕਰਮ ਖੰਡ ਦੋਵੇਂ ਆਪਸ ਦੇ ਨਾਲ ਜੁੜਦੇ ਨੇ। ਮਨੁੱਖ ਕਰਮ ਕਰਦਾ ਹੈ, ਕਰਮ ਕਮਾਉਂਦਾ ਹੈ ਧਰਮ ਦੇ ਅਨੁਸਾਰ, ਪਰ ਜਦੋਂ ਉਹਨੂੰ ਸਮਝ ਆ ਜਾਂਦੀ ਲੈ ਮੇਰੇ ਵੱਲੋਂ ਕੀਤਾ ਹੋਇਆ ਆ ਕਰਮ ਕਿਸੇ ਵੀ ਕੰਮ ਦਾ ਨਹੀਂ, ਨਿਫਲ ਹੈ, ਕਿਉਂਕਿ ਗਿਆਨ ਨੇ ਉਹਨੂੰ ਦੱਸ ਦਿੱਤਾ ਕਿ ਪਾਣੀ ਪਾਉਣਾ ਧਰਮ ਨਹੀਂ ਹੈ, ਲੋਕਾਂ ਨੂੰ ਮਾਰਨਾ ਧਰਮ ਨਹੀਂ ਹੈ। ਗਿਆਨ ਨੇ ਉਹਦੇ ਅੰਦਰ ਇਹ ਸੋਝੀ ਪਾ ਦਿੱਤੀ ਹੈ ਕਿ ਇਹ ਵੀ ਤਾਂ ਰੱਬ ਦੇ ਬਣਾਏ ਜੀ ਨੇ, ਜੇ ਮੈਂ ਇਹਨਾਂ ਨੂੰ ਮਾਰ ਕੇ ਧਰਮ ਕਮਾ ਰਿਹਾ ਫਿਰ ਅਧਰਮ ਕੀ ਹੋਏਗਾ? ਫਿਰ ਪਾਪ ਕਿਹਨੂੰ ਕਵਾਂਗੇ? ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਲੋਕਾਂ ਨੂੰ ਬੜੇ ਕਰੜੀ ਹੱਥੀਂ ਲੈਂਦੇ ਹੋਏ ਗੁਰਬਾਣੀ ਦੇ ਅੰਦਰ ਵੀ ਬਹੁਤ ਜਗ੍ਹਾ ਇਹਨਾਂ ਦਾ ਸੰਗ ਕਰਨ ਤੋਂ ਵੀ ਵਰਜਿਆ। ਤੇ ਗੁਰੂ ਸਾਹਿਬ ਜੀ ਸਿੱਧਾ ਨਾਥਾਂ ਕੋਲ ਜਾਂਦੇ ਸਨ। ਉਹ ਬੜੇ ਗਿਆਨੀ ਸਨ ਸਿੱਧਨਾਥ, ਇਹੋ ਜੀ ਗੱਲ ਨਹੀਂ ਹੈ ਕਿ ਮੂਰਖ ਹੀ ਸਨ, ਬੜੇ ਗਿਆਨੀ ਸਨ। ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਤੇ ਸਵਾਲ ਕਰ ਰਹੇ ਨੇ ਉਹਨਾਂ ਅੰਦਰ ਕਿੰਨਾ ਗਿਆਨ ਹੋਏਗਾ? ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਪੱਖ ਇੰਨਾ ਮਜ਼ਬੂਤ ਸੀ ਕਿ ਸਿੱਧਾਂ ਦੀ ਪੇਸ਼ ਨਹੀਂ ਚੱਲੀ। ਤੇ ਭਾਈ ਗੁਰਦਾਸ ਜੀ ਕਹਿੰਦੇ ਹਨ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਮੈਂ ਬੜੀ ਕੋਸ਼ਿਸ਼, ਬੜੇ ਯਤਨਾਂ ਦੇ ਨਾਲ ਇਸ ਗੱਲ ਨੂੰ ਖੋਜਿਆ, ਇਸ ਗੱਲ ਨੂੰ ਲੱਭਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਚਾਰ ਦਾ ਰਾਹ, ਪ੍ਰਚਾਰ ਦਾ ਸਾਧਨ ਕੀ ਸੀ। ਤੇ ਦਾਸਰੇ ਨੇ ਸੰਪਰਦਾਇ ਪੱਖ ਨੂੰ ਤੇ ਮਿਸ਼ਨਰੀ ਪੱਖ ਦੋਵਾਂ ਨੂੰ ਜਾਣਿਆ। ਇੱਕ ਪੱਖ ਦੇ ਨਾਲ ਕੋਈ ਗਿਆਤਾ ਕੋਈ ਗਿਆਨੀ ਨਹੀਂ, ਦੋਵਾਂ ਪੱਖਾਂ ਨੂੰ ਜਾਣਨਾ ਬੜਾ ਜ਼ਰੂਰੀ ਹੈ। ਦੋਵਾਂ ਪੱਖਾਂ ਨੂੰ ਜਾਣਦੇ ਸਮਝਦੇ ਬੁੱਝਦੇ ਹੋਏ ਇਸ ਗੱਲ ਤੱਕ ਹੁਣ ਜਿੰਨੀ ਕੁ ਉਮਰ ਹੈ, ਜਿੰਨਾ ਕੁ ਤਕਾਜ਼ਾ ਹੈ, ਅੰਦਾਜ਼ਾ ਹੈ, ਪਹੁੰਚਿਆ ਹਾਂ ਕਿ ਜਿਸ ਨੂੰ ਗੁਰੂ ਸਾਹਿਬ ਜੀ ਨੇ ਸ਼ਬਦ ਨਾਲ ਜਿੱਤ ਲਿਆ, ਭਾਵੇਂ ਉਹ ਸੱਜਣ ਠੱਗ ਸੀ,
ਭਾਵੇਂ ਉਹ ਕੌਡਾ ਭੀਲ ਰਾਖਸ਼ ਸੀ, ਜਿਹਨੂੰ ਰਾਖਸ਼ ਬੁਲਾਇਆ ਜਾਂਦਾ ਸੀ, ਭਾਵੇਂ ਉਹ ਵਲੀ ਕੰਧਾਰੀ ਸੀ, ਭਾਵੇਂ ਪੀਰ ਹਮਜ਼ਾ ਗੌਸ ਸੀ, ਤੇ ਭਾਵੇਂ ਉਹ ਸਿੱਧ ਸਨ, ਜਿਨ੍ਹਾਂ ਨੂੰ ਸ਼ਬਦ ਦੇ ਨਾਲ ਗੁਰੂ ਨਾਨਕ ਗੁਰੂ ਬਾਬੇ ਨੇ ਜਿੱਤ ਲਿਆ, ਉਹ ਗੁਰੂ ਬਾਬੇ ਦੇ ਪੰਥ ਵਿੱਚ ਸ਼ੁਮਾਰ ਹੋ ਗਏ। ਕੀਤੋਸ ਆਪਣਾ ਪੰਥ ਨਿਰਾਲਾ, ਨਿਰਾਲੇ ਤੋਂ ਭਾਵ ਹੈ ਮਿਲ ਗਏ, ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਕਬੂਲ ਕਰ ਲਿਆ। ਇਹ ਉਹੋ ਹੀ ਲੋਕ ਸਨ ਜਿਨ੍ਹਾਂ ਨੇ ਬੜੇ ਲਿਮਟਿਡ ਸਮੇਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਯਤਨ ਕੀਤਾ। ਅੱਜ ਬੀਬੀਆਂ, ਪਿੰਡ ਦੀਆਂ ਬੀਬੀਆਂ ਨੂੰ ਕੁਝ ਥੋੜਾ ਮਾੜਾ ਚੰਗਾ ਕੁਝ ਬੋਲ ਦਿੱਤਾ ਜਾਵੇ ਨਾ, ਕਹਿੰਦੀਆਂ ਸ਼ਲੋਕ ਲੈਣਾ ਹੀ। ਉਹ ਵੇਖਿਆ ਰੂਪ ਵਿਗੜਦਾ 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 ਅੱਜ ਇੱਥੋਂ ਤੱਕ ਪਹੁੰਚ ਗਿਆ। ਲੇਕਿਨ ਇਹ ਰੂਪ ਦਾ ਮੁੱਢ ਕੀ ਸੀ? ਜਿਹੜੇ ਜੋਗੀ ਨਾਥ ਸਨ, ਤੂੰਬੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਨੂੰ ਗਾਉਂਦੇ ਜਾਂਦੇ ਸਨ ਪਿੰਡਾਂ ਪਿੰਡਾਂ ਦੇ ਵਿੱਚ। ਇਦਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ, ਗੁਰੂ ਨਾਨਕ ਸਾਹਿਬ ਜੀ ਦੀ ਵਿਦਿਆ ਮਤ ਦਾ ਪ੍ਰਸਾਰ ਪ੍ਰਚਾਰ ਕਰਦੇ ਸਨ। ਘੱਟ ਸਮੇਂ ਵਿੱਚ ਕਈ ਕਰੋੜ ਲੋਕਾਂ ਤੱਕ ਇਹ ਬਾਣੀ ਪਹੁੰਚ ਜਾਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਿਸ਼ਮਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੂੰ ਵੀ ਮਿਲੇ ਉਹਨਾਂ ਨੂੰ ਆਪਣਾ ਬਣਾ ਲਿਆ, ਭਾਵੇਂ ਉਹ ਮੁਸਲਮਾਨ ਸੀ ਤੇ ਭਾਵੇਂ ਉਹ ਹਿੰਦੂ ਸੀ। ਤੇ ਮੈਂ ਉਦਾਹਰਣ ਦੇ ਰਿਹਾ ਸਾਂ ਧਰਮ ਦੀ। ਇਸ ਹਿੰਦੁਸਤਾਨ ਦੀ ਧਰਤੀ ਉੱਪਰ ਬੜੇ ਧਰਮ ਸਨ, ਇੱਕ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਦੱਸਿਆ ਧਰਮ ਕੀ ਹੈ। ਉਹ ਧਰਮ ਕੀ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਵੀ ਦਰਜ ਹੈ। ਸਤਿਗੁਰੂ ਜੀ ਕਹਿੰਦੇ ਮੈਂ ਇਨਸਾਨ ਹਾਂ, ਮੇਰੀ ਜਾਤ ਇਨਸਾਨ ਹੈ, ਮਾਂ ਦੀ ਕੁੱਖ ਦੇ ਵਿੱਚ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਿਆ, ਬਾਮਨ ਕਬ ਕੇ ਹੋਏ ਬਾਮਨ ਕਹਿ ਕੇ ਜਨਮ ਮਤ ਹੋਵੇ। ਇਹ ਪੰਡਤ ਕਰਮਾਕਾਰੀ, ਇਹ ਪੰਡਤ ਮਾਂ ਦੀ ਕੁੱਖ ਵਿੱਚ ਬੱਚੇ ਦਾ ਕੋਈ ਧਰਮ, ਕੋਈ ਮਜ਼ਹਬ, ਕੋਈ ਜਾਤ ਨਹੀਂ। ਇਹਦਾ ਭਾਵ ਹੈ ਰੱਬ ਨੇ ਸਾਨੂੰ ਇਨਸਾਨ ਬਣਾਇਆ, ਜਾਨਵਰ ਬਣਨਾ ਸਾਡੇ ਵਾਸਤੇ ਪਾਪ ਹੈ, ਇਨਸਾਨੀਅਤ ਦੇ ਵਿੱਚ ਰਹਿਣਾ ਸਾਡੇ ਵਾਸਤੇ ਧਰਮ। ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਧਰਮ ਦੁਨੀਆ ਨੂੰ ਦਿੱਤਾ ਉਹ ਇਨਸਾਨੀਅਤ ਦਾ ਧਰਮ ਸੀ।